ਮਾਝ ਮਹੱਲਾ ਤੀਜਾ। ਤੇਰੀਆ ਖਾਣੀ ਤੇਰੀਆ ਬਾਣੀ, ਬਿਨ ਨਾਵੈ ਸਭ ਭਰਮ ਭੁਲਾਣੀ। ਇਹ ਵਾਹਿਗੁਰੂ ਜੀ ਜਿਹੜੇ ਆਂਡਿਆਂ ਤੋਂ ਪੈਦਾ, ਅੰਡਜ ਜੇਰ ਜੇਰ ਤੋਂ ਪੈਦਾ ਹੋਏ, ਸੇਤਜ ਮੁੜ ਕੇ ਤੋਤ ਭੁਜ ਧਰਤੀ ਚੋਂ ਪੈਦਾ ਹੋਏ ਨੇ। ਇਹ ਚਾਰੇ ਜਿਹੜੀਆਂ ਨੇ ਉਤਪੁਜ ਰੂਪ ਚਾਰ ਖਾਣੀਆਂ ਵੀ ਤੇਰੀਆਂ ਹੀ ਰਚੀਆਂ ਹੋਈਆਂ ਨੇ। ਪਰਾ ਪਸੰਤੀ ਮਧਮਾ ਤੇ ਬੈਖਰੀ ਰੂਪ ਚਾਰੇ ਬਾਣੀਆਂ ਵੀ ਤੇਰੀਆਂ ਰਚੀਆਂ ਹੋਈਆਂ ਨੇ। ਪਰ ਨਾਮ ਸਿਮਰਨ ਤੋਂ ਬਿਨਾਂ ਸਾਰੀ ਦੁਨੀਆ ਭਰਮ 'ਚ ਪੈ ਕੇ ਭੁੱਲੀ ਹੋਈ ਹੈ। ਇਹਨਾਂ ਦੇ ਭਰਮ ਨੂੰ ਦੂਰ ਕਿਵੇਂ ਹੋ ਸਕਦੇ? ਭਰਮ ਜੇ ਕੋਈ ਪੁੱਛੇ ਮੇਰਾ ਤਾਂ ਭਰਮ ਦੂਰ ਕਰੋ, ਵੀ ਮੈਂ ਤਾਂ ਸੁਣ ਕੇ ਮਹਾਰਾਜ ਦੇ ਉਪਦੇਸ਼ ਨੂੰ ਪ੍ਰਭਾਵਿਤ ਹੋਇਆ, ਅਸੀਂ ਕੀ ਕਰੀਏ ਹੁਣ? ਸਾਨੂੰ ਕੀ ਕਰਨਾ ਚਾਹੀਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ। ਕਹਿੰਦੇ ਗੁਰਾਂ ਦੀ ਸੇਵਾ ਤੋਂ ਹੀ ਮੈਂ ਨਾਮ ਦੀ ਪ੍ਰਾਪਤੀ ਕੀਤੀ, ਤੇ ਤੁਸੀਂ ਵੀ ਸੇਵਾ ਕਰੋ ਤੇ ਨਾਮ ਦੀ ਪ੍ਰਾਪਤੀ ਕਰੋ। ਸਤਿਗੁਰਾਂ ਤੋਂ ਬਿਨਾਂ ਵਾਹਿਗੁਰੂ ਦੇ ਪਾਉਣ ਦਾ ਹੋਰ ਕੋਈ ਰਸਤਾ ਹੈ ਨਹੀਂ। ਓ ਵਾਰੀ ਜੀਓ ਵਾਰੀ, ਹਰ ਸੇਤੀ ਚਿੱਤ ਲਾਵਣਿਆ। ਮੈਂ ਉਹਨਾਂ ਤੋਂ ਤਨ ਕਰਕੇ ਵਾਰਨੇ, ਜੀ ਕਰਕੇ ਬਲਿਹਾਰ ਜਾਵਾਂ, ਜਿਨ੍ਹਾਂ ਨੇ ਵਾਹਿਗੁਰੂ ਨਾਲ ਆਪਣਾ ਚਿੱਤ ਜੋੜਿਆ। ਕੁਰਬਾਨ ਜਾਵਾਂ ਉਹਨਾਂ ਤੋਂ ਮੈਂ। ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ ਰਹਾਓ। ਗੁਰਾਂ ਦੁਆਰਾ ਭਗਤੀ ਕਰਨ ਨਾਲ ਵਾਹਿਗੁਰੂ ਸੱਚਾ ਪ੍ਰਮਾਤਮਾ ਪ੍ਰਾਪਤ ਹੁੰਦਾ। ਪਹਿਲਾਂ ਗੁਰੂ ਦੇ ਰਾਹੀਂ ਭਗਤੀ ਕਰ, ਗੁਰੂ ਤੋਂ ਬਾਹਰਾ ਹੋ ਕੇ ਨਾ ਕਰ, ਗੁਰੂ ਵਾਲਾ ਬਣ ਕੇ ਭਗਤੀ ਕਰ। ਪੰਜਾਂ ਪਿਆਰਿਆਂ ਤੋਂ ਨਾਮ ਲੈ। ਸਤਿਗੁਰੂ ਹੀ ਤੇਰੇ ਸਾਧੂ ਨੇ, ਸਤਿਗੁਰੂ ਹੀ ਤੇਰੇ ਸੰਤ ਨੇ, ਸਤਿਗੁਰੂ ਹੀ ਸਤਿਗੁਰੂ ਨੇ, ਸਭ ਕੁਝ ਸਤਿਗੁਰੂ ਨੇ। ਇਹੀ ਮੇਰੀ ਸੰਗਤ ਹੈ। ਮਹਾਰਾਜ ਕਹਿੰਦੇ ਇਹੀ ਮੇਰਾ ਮਾਤਾ ਪਿਤਾ, ਸਭ ਕੁਝ ਇਹੀ ਹੈ। ਹੁਣ ਕਲਯੁਗ ਆ ਗਿਆ, ਭਾਰੀ ਕਲਯੁਗ। ਇਹਦੇ 'ਚ ਪੂਰਾ ਪੁਰਖ ਮਿਲਣਾ ਬਹੁਤ ਔਖਾ। ਤੇ ਫਿਰ ਹੁਣ ਕੀ ਫੈਸਲਾ ਕੀਤਾ? ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਸਾਰਾ ਕੁਝ। ਗੁਰਾਂ ਦੁਆਰਾ ਹੀ ਹੁਣ ਭਗਤੀ ਕਰੀਏ। ਜਿਹਨੇ ਭਗਤੀ ਕੀਤੀ ਹੈ ਉਹਨੇ ਸਹਿਜੇ ਮਨ ਵਿੱਚ ਵਾਹਿਗੁਰੂ ਨਾਮ ਨੂੰ ਵਸਾ ਲਿਆ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਤਿਗੁਰ ਸੇਵੇ ਤਾਂ ਸਭ ਕਿਛ ਪਾਏ, ਜਿਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ। ਸਤਿਗੁਰਾਂ ਦੀ ਸੇਵਾ ਕਰੇ ਤਾਂ ਸਾਰਾ ਕੁਝ ਹੀ ਪ੍ਰਾਪਤ ਕਰ ਲੈਂਦਾ। ਜਿਨ੍ਹਾਂ ਨੇ ਕੀਤੀ ਹੈ ਪ੍ਰੇਮੀ ਪੱਕੇ ਹਰਿਮੰਦਰ ਸਾਹਿਬ ਦੇ ਵਿੱਚ, ਪੱਕੇ ਕਿਹਾ ਉਹਨਾਂ ਦੇ ਪਹਿਲਾਂ ਪਿਤਾ, ਫਿਰ ਦਾਦਾ, ਪੜਦਾਦਾ, ਜਿਉਂ ਤੋਂ ਹਰਿਮੰਦਰ ਸਾਹਿਬ ਦੀ ਰਚਨਾ ਹੋਈ ਹੈ ਪੱਕੇ ਹੀ ਨੇ ਉੱਥੇ। ਉਹ ਸ੍ਰੀ ਹਜ਼ੂਰ ਸਾਹਿਬ ਵੀ ਇਸੇ ਤਰ੍ਹਾਂ ਹੀ ਪੱਕੇ ਹੀ ਨੇ। ਉਹਨਾਂ ਦੇ ਪਰਿਵਾਰਾਂ ਨੇ ਸੇਵਾ ਕਰੀ ਜਾਣੀ ਹੈ। ਅੱਗੇ ਤੋਂ ਅੱਗੇ ਸੇਵਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ। ਪੱਕੇ ਪ੍ਰੇਮੀ ਪ੍ਰਕਾਸ਼ ਵੇਲੇ ਪਹੁੰਚਣਾ ਹੀ ਪਹੁੰਚਣਾ, ਚਾਹੇ ਕੁਝ ਵੀ ਹੋ ਜਾਏ। ਰਾਤ ਨੂੰ 12 ਵਜੇ ਸੁਖਮਨੀ ਸਾਹਿਬ ਕਰਦੀ ਸੰਗਤ ਬੈਠ ਕੇ ਦਰਸ਼ਨੀ ਡਿਊਟੀ ਦੇ ਬਾਹਰ। ਉਹ ਵੀ ਪੱਕੇ ਹੀ ਨੇ। ਬਸ ਹਰਿਮੰਦਰ ਸਾਹਿਬ ਦੀ ਸੇਵਾ ਕਰਾਉਂਦੇ ਨੇ ਜਲ ਦੇ ਨਾਲ, ਉਹ ਵੀ ਪੱਕੇ ਹੀ ਨੇ। ਕਿਤੇ ਵੀ ਹੋਣ, ਜਿਵੇਂ ਭਗਤ ਜੀ ਰਹਿੰਦੇ ਸੀ ਅੰਮ੍ਰਿਤਸਰ, ਸੋ ਉਹਨਾਂ ਨੇ ਹੁਕਮਨਾਮਾ ਰੋਜ਼ ਦਾ ਜਿੱਥੇ ਮਰਜ਼ੀ ਸੁਣ ਲਓ ਤੁਰੇ ਫਿਰਦਿਆਂ। ਹੁਣ ਦਾ ਪਤਾ ਨਹੀਂ, ਬੜੇ ਸਾਲਾਂ ਦੀ ਗੱਲ ਹੈ। ਪੱਕਾ ਹਰਿਮੰਦਰ ਸਾਹਿਬ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਦੱਸਦੇ ਸੀ। ਉਹ ਕਹਿੰਦੇ ਮੈਨੂੰ ਉਦੋਂ ਦੀ ਗੱਲ ਹੈ, ਇਹ 82-83 'ਚ ਮਿਲੇ ਜਾਂਦੇ। ਕਹਿੰਦੇ ਮੈਨੂੰ 31 ਸਾਲ ਹੋ ਗਏ, ਮੈਂ 31 ਸਾਲਾਂ 'ਚ ਇੱਕ ਦਿਨ ਵੀ ਨਾਗਾ ਨਹੀਂ ਪਾਇਆ ਇਸ਼ਨਾਨ ਤੋਂ ਹਰਿਮੰਦਰ ਸਾਹਿਬ ਦਾ। ਕਹਿੰਦੇ ਜੇ ਕਿਤੇ ਜਾਣਾ ਪੈ ਜੇ ਭਗਤ ਜੀ ਤੁਹਾਨੂੰ, ਕਹਿੰਦੇ ਫਿਰ ਮੈਂ ਇੱਥੋਂ ਜਲ ਦੀ ਬੋਤਲ ਭਰ ਕੇ ਲੈ ਜਾਂਦਾ, ਫਿਰ ਮੈਂ ਉਹ ਜਲ ਉੱਥੇ ਪਾ ਕੇ ਬਾਲਟੀ 'ਚ ਫਿਰ ਉਹਦਾ ਇਸ਼ਨਾਨ ਕਰਦਾ। ਦੇਖ ਲਓ ਇੰਨੇ ਵੱਡੇ ਰੱਬ ਦੇ ਪਿਆਰੇ। ਉਹਨਾਂ ਨੂੰ ਪੁੱਛੋ ਵੀ ਪਰਸੋਂ ਕੀ ਹੁਕਮਨਾਮਾ ਆਇਆ ਸੀ, ਹਫ਼ਤਾ ਪਹਿਲਾਂ ਇਸ ਦਿਨ ਕੀ ਹੁਕਮਨਾਮਾ ਆਇਆ ਸੀ, ਉਹ ਦੱਸ ਦੇਣਗੇ। ਹਰਿਮੰਦਰ ਸਾਹਿਬ ਦੇ ਵਿੱਚ ਅੱਜ ਆਹ ਹੁਕਮਨਾਮਾ ਆਇਆ, ਪਰਸੋਂ ਇਹ ਆਇਆ ਸੀ, ਪਿਛਲੇ ਸਾਲ ਇਸ ਦਿਨ ਇਹ ਆਇਆ ਸੀ। ਬੜੀ ਯਾਦਾਸ਼ਤ। ਉਹ ਗੁਰੂ ਪਿਆਰੇ ਜਿਹੜੇ ਨੇ ਸੇਵਾ ਕਰਨ ਵਾਲੇ ਹਰਿਮੰਦਰ ਸਾਹਿਬ ਦੇ ਅੰਦਰ ਔਰ ਹੋਰਨਾਂ ਥਾਵਾਂ ਤੇ, ਸ੍ਰੀ ਦੁੱਖ ਨਿਵਾਰਨ ਸਾਹਿਬ, ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਦਮਦਮਾ ਸਾਹਿਬ, ਸੁਲਤਾਨਪੁਰ ਸਾਹਿਬ, ਉਹ ਵਾਹਿਗੁਰੂ ਨੇ ਪੱਕੀਆਂ ਸੇਵਾ ਲਾਈਆਂ। ਗੋਇੰਦਵਾਲ ਸਾਹਿਬ, ਕਿਹੜੇ ਥਾਵਾਂ ਦੇ ਨਾਮ, ਸਰਬੱਤ ਥਾਵਾਂ ਤੇ ਵਾਹਿਗੁਰੂ ਦੀ ਕਿਰਪਾ ਨਾਲ ਸੇਵਾ ਕਰਨ ਵਾਲੇ। ਪਟਨਾ ਸਾਹਿਬ, ਹਰ ਜਗ੍ਹਾ ਦੇ ਉੱਤੇ ਪੱਕੇ ਸੇਵਾਦਾਰ ਆ ਰਹੇ ਨੇ। ਔਰ ਇੰਨਾ ਕੁਝ ਉਹਨਾਂ ਨੂੰ ਮਿਲਿਆ ਮਹਾਰਾਜ ਦੀ ਕਿਰਪਾ ਨਾਲ। ਉਹ ਸੇਵਾ ਹੀ ਕਰੀ ਜਾਂਦੇ ਨੇ, ਸੇਵਾ ਹੀ ਕਰੀ ਜਾਂਦੇ ਬਸ। ਮਹਾਰਾਜ ਕਹਿੰਦੇ ਜਿਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ। ਉਹ ਜਿਹੀ ਜੀ ਵਾਸ਼ਨਾ ਕਰਕੇ ਕਿਸੇ ਨੇ ਸੇਵਾ ਕੀਤੀ ਗੁਰੂ ਸਾਹਿਬ ਦੀ, ਉਹਨੂੰ ਉਹੋ ਜਿਹਾ ਫਲ ਮਿਲ ਗਿਆ।
ਉਹ ਕਿਵੇਂ ਮਿਲ ਗਿਆ ਮਹਾਰਾਜ? ਸਤਿਗੁਰ ਦਾਤਾ ਸਭਨਾ ਬੱਥੂ ਕਾ ਪੂਰੇ ਭਾਗ ਮਿਲਾ ਬਣਿਆ। ਸਤਿਗੁਰ ਦੇਵ ਜੀ ਸਾਰੀਆਂ ਵਸਤੂਆਂ ਦੇ ਦਾਤੇ ਨੇ। ਸਤਿਗੁਰ ਤੋਂ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹੜੀ ਨਾ ਮਿਲੇ। ਮਹਾਰਾਜ ਕਹਿੰਦੇ ਪਰ ਪੂਰਿਆਂ ਭਾਗਾਂ ਨਾਲ ਸਤਿਗੁਰੂ ਦਾ ਮਿਲਾਪ ਹੁੰਦਾ ਗੁਰਸਿੱਖ ਨੂੰ। ਐਨ ਸਮਝ ਕੇ, ਜਿਵੇਂ ਲੋਕ ਸੰਤ ਮਹਾਤਮਾ ਕੋਲ ਜਾਂਦੇ ਉਹਦੇ ਕੋਲ ਬਹਿਣਗੇ, ਉੱਥੇ ਰਹਿਣਗੇ। ਮੈਂ ਫਲਾਣੇ ਸੰਤਾਂ ਕੋਲ 6 ਮਹੀਨੇ ਰਹਿ ਕੇ ਆਇਆ, ਕੋਈ ਮੈਂ ਹਫ਼ਤਾ ਉੱਥੇ ਲਾ ਕੇ ਆਇਆ ਉਹਨੇ ਕੋਲੇ। ਕਦੇ ਗੁਰੂ ਗ੍ਰੰਥ ਸਾਹਿਬ ਕੋਲ ਰਹੇ ਹੋ 7 ਦਿਨ, 2 ਦਿਨ ਹੀ ਰਹਿ ਕੇ ਦਿਖਾ ਦਿਓ। ਕਦੇ 1 ਦਿਨ ਹੀ ਰਹਿ ਲਓ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਰਿਹਾ। ਹੋਰ ਥਾਵਾਂ ਤੇ ਜਾ ਕੇ ਜੋ ਰਹਿੰਦੇ ਹੋ, ਕਦੇ ਗੁਰੂ ਗ੍ਰੰਥ ਸਾਹਿਬ ਕੋਲ ਬੈਠ ਕੇ ਦੇਖੋ ਤਾਂ 2 ਦਿਨ ਕੀ ਨਜ਼ਾਰਾ ਆਉਂਦਾ। ਫਿਰ ਉਹ ਜਿਹੜਾ ਸਾਰੀਆਂ ਚੀਜ਼ਾਂ ਦਾ ਸਮੁੰਦਰ ਹੈ ਉਹਦੇ ਕੋਲ ਬਹਿੰਦੇ ਨਹੀਂ। ਤੇ ਹੋਰ ਥਾਂ ਮੈਂ ਉੱਥੇ ਜਾ ਕੇ ਆਇਆ, ਮੈਂ ਉੱਥੇ ਜਾ ਕੇ ਆਇਆ, ਥਾਂ ਥਾਂ ਐਵੇਂ ਹੀ ਭਟਕੀ ਜਾਣਾ। ਤੇ ਬਾਅਦ ਵਿੱਚ ਫਿਰ ਜੇ ਪਛਤਾਉਣਾ ਪੈ ਗਿਆ ਫਿਰ ਕੀ ਫਾਇਦਾ? ਗੁਰੂ ਸਾਹਿਬ ਕੋਲ ਤਾਂ ਸਭ ਕੁਝ ਠੀਕ ਹੀ ਠੀਕ ਹੈ, ਇੱਥੇ ਕੋਈ ਗਲਤ ਹੈ ਹੀ ਨਹੀਂ। ਮਹਾਰਾਜ ਕਹਿੰਦੇ ਸਾਰੀਆਂ ਦਾਤਾਂ ਦਾ ਦਾਤਾ ਹੈ ਵਾਹਿਗੁਰੂ। ਸਤਿਗੁਰੂ ਜੀ ਸਾਰੀਆਂ ਦਾਤਾਂ ਦੇ ਦਾਤੇ ਹੈ। ਇਹੋ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੈ ਪਾਏ। ਇਹ ਮੈਲਾ ਮਨ ਇੱਕ ਵਾਹਿਗੁਰੂ ਨੂੰ ਨਹੀਂ ਧਿਆਉਂਦਾ, ਬਸ ਮੈਲਾ ਹੈ। ਜੇ ਸ਼ੁੱਧ ਹੋਵੇ ਤਾਂ ਵਾਹਿਗੁਰੂ ਆਪੇ ਹੀ ਮੂੰਹ ਚੋਂ ਨਿਕਲਦਾ। ਮਨ ਮੈਲਾ ਹੋਣ ਕਰਕੇ ਹੀ ਤਾਂ ਵਾਹਿਗੁਰੂ ਨਹੀਂ ਕਹਿੰਦਾ ਇਹ, ਕਿਉਂਕਿ ਇਹਦੇ ਅੰਦਰ ਦਵੈਸ਼ ਭਾਵ ਬਹੁਤ ਜ਼ਿਆਦਾ ਮੈਲ ਲੱਗੀ, ਈਰਖਾ, ਦਵੈਸ਼, ਨਫ਼ਰਤ। ਮਾਇਆ ਵਿੱਚ ਪਿਆਰ ਹੈ, ਦਵੈਸ਼ ਇਹਨੂੰ ਕਹਿੰਦੇ ਜਿਹੜੀ ਦੂਜੇ ਵਿੱਚ ਪਿਆਰ ਕੀ, ਜਿਹੜੀ ਇੱਕ ਨੂੰ ਛੱਡ ਕੇ ਦਵੈਸ਼ ਵਿੱਚ, ਇੱਕ ਨੂੰ ਛੱਡ ਕੇ ਦੂਜੀ ਮਾਇਆ ਵਿੱਚ ਬਹੁਤਾ ਪਿਆਰ ਲੱਗਿਆ ਹੋਇਆ। ਜਦੋਂ ਦੂਜੇ ਵਿੱਚ ਪਿਆਰ ਹੈ ਤਾਂ ਫਿਰ ਪਹਿਲੇ ਵਿੱਚ ਕਿਵੇਂ ਪਿਆਰ ਆਵੇ? ਤਟ ਤੀਰਥ ਦਿਸੰਤਰ ਭਵੈ ਅਹੰਕਾਰੀ, ਹੋਰ ਵਧੇਰਾ ਹਉਮੈ ਮਲ ਲਾਵਣਿਆ। ਹੰਕਾਰੀ ਬੰਦੇ ਤੀਰਥਾਂ ਦੇ ਕਿਨਾਰੇ ਕਿਨਾਰੇ, ਦੇਸ਼ਾਂ ਦਸ਼ੰਤਰਾਂ 'ਚ ਭਵੈ ਤੋਂ ਭਾਵ ਫਿਰ ਕੇ ਸਗੋਂ ਹੋਰ ਮੈਲ ਲਾਉਂਦੇ ਹਉਮੈ ਦੀ। ਤੀਰਥ ਭਵਿਆ ਤੇ ਤੋਂ ਲਵਿਆ, ਕਾਂ ਵਾਂਗੂ ਲਵਿਆ ਤੋਂ ਭਾਵ ਕਾਂ ਕਾਂ ਕਰਦਾ। ਮੈਂ ਉੱਥੇ ਗਿਆ, ਮੈਂ ਉੱਥੇ ਗਿਆ, ਇੰਨੇ ਤੀਰਥ ਨਾਤਾ, ਇੰਨੇ ਥਾਂ ਗਿਆ, ਮੈਂ ਹੋ ਗਈ ਸ਼ੁਰੂ, ਮੈਂ ਕੀਤਾ। ਮਹਾਰਾਜ ਕਹਿੰਦੇ ਨੇ ਉਹ ਹੋਰ ਮੈਲ ਲੱਗ ਗਈ ਤੈਨੂੰ, ਤਾਂ ਕਿੱਥੇ ਹੋ ਕੇ ਆਇਆ? ਸੋ ਇਸ ਕਰਕੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਖ ਸਦਾ, ਦਸਹਰਾ ਹਉ ਨਾਮ ਹਰ ਕਾ ਸਦਾ ਜਾਚਉ, ਦ੍ਰਿਹੁ ਪ੍ਰਭ ਧਰਨੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤੂੰ ਕਿੱਥੇ ਤੁਰਿਆ ਫਿਰਦਾ? ਇਹ ਕੀਚੜ ਡੂਬੈ ਮੈਲ ਨਾ ਜਾਏ। ਤੂੰ ਛੱਡ ਕੇ ਮਹਾਰਾਜ ਨੂੰ ਹੋਰ ਕਿਤੇ ਤੁਰਿਆ ਫਿਰਦਾ। ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਉਹ ਛੱਪੜੀਆਂ 'ਚ ਕੀ ਨਹਾਉਂਦੇ ਫਿਰਦੇ ਹੋ? ਉੱਥੇ ਤਾਂ ਹੋਰ ਮੈਲ ਲੱਗ ਗਈ ਤੁਹਾਨੂੰ। ਥਾਂ ਥਾਂ ਦੇ ਉੱਤੇ ਭਟਕਣ ਨਾਲ ਹੋਰ ਹੰਕਾਰ ਵੱਧ ਗਿਆ। ਫਿਰ ਮਹਾਰਾਜ ਜੀ ਮੈਲ ਜਾਵੇ ਕਿਵੇਂ? ਤੁਸੀਂ ਕਿਰਪਾ ਕਰੋ, ਅਸੀਂ ਤਾਂ ਭਟਕਲੇ ਬਹੁਤ। ਜੇ ਕੋਈ ਬੇਨਤੀ ਕਰੇ ਤਾਂ ਸਤਿਗੁਰੂ ਕਹਿੰਦੇ ਨੇ ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੈ ਹਰਿ ਸਿਉ ਚਿਤ ਲਾਏ। ਜਿਹੜੇ ਸਤਿਗੁਰਾਂ ਦੀ ਸੇਵਾ ਕਰਕੇ ਜੀਵਤ ਭਾਅ ਤੋਂ ਮਰ ਕੇ ਵਾਹਿਗੁਰੂ ਨਾਲ ਚਿੱਤ ਬਿਰਤੀ ਲਗਾਵੇ ਨਾ, ਤਾਂ ਹਉਮੈ ਦੀ ਮੈਲ ਅੰਦਰੋਂ ਆਪੇ ਹੀ ਨਿਵਰਤ ਕਰ ਦਿੰਦੇ ਨੇ। ਬਹੁਤ ਕਿਰਪਾ ਕਰਦੇ ਸੱਚੇ ਪਾਤਸ਼ਾਹ। ਮਹਾਰਾਜ ਪਹਿਲਾਂ ਦੇਖਦੇ ਆ ਵੀ ਮੇਰੇ ਕੋਲ ਆਉਂਦਾ ਵੀ ਹੈ, ਮੇਰੀ ਇਹਨੂੰ ਸਮਝ ਵੀ ਹੈ ਵੀ ਸਤਿਗੁਰੂ ਕਿੱਡੇ ਵੱਡੇ ਨੇ। ਨਿਰੰਕਾਰ ਘਰੇ ਆ ਤੇ ਬਾਹਰ ਲੱਭਦਾ ਫਿਰਦਾ ਨਿਰੰਕਾਰ ਨੂੰ, ਪਰਮੇਸ਼ਰ ਨੂੰ। ਨਿਰੰਕਾਰ ਤਾਂ ਕੋਲ ਹੀ ਆਪਣੇ, ਸੇਵਾ ਨਹੀਂ ਕਰਦੇ। ਨਹੀਂ, ਇੱਥੇ ਸ਼ਰਧਾ ਹੀ ਨਹੀਂ ਬਣਦੀ। ਜਿੱਥੇ ਨਿਰੰਕਾਰ ਨਹੀਂ, ਜਿੱਥੇ ਜ਼ਿਆਦਾ ਰੌਲਾ ਵੈਸੀ ਪਿਆ, ਉਧਰ ਨੂੰ ਭਜਦੇ ਨੇ। ਉਹ ਉੱਥੇ ਪ੍ਰਮਾਤਮਾ, ਉੱਥੇ ਪ੍ਰਮਾਤਮਾ। ਮ੍ਰਿਗ ਤ੍ਰਿਸ਼ਨਾ ਵਾਲਾ ਹਿਸਾਬ ਹੋਇਆ ਪਿਆ। ਹਰ ਨਿਰਮਲ ਸੱਚ ਮੈਲ ਨਾ ਲਾਗੈ, ਸੱਚ ਲਾਗੈ ਮੈਲ ਗਵਾਵਣਿਆ। ਹਰੀ ਸੱਚਾ ਨਿਰਮਲ ਆ, ਉਹਨੂੰ ਕੋਈ ਮੈਲ ਹੀ ਨਹੀਂ ਲੱਗਦੀ। ਸੂਰਜ ਇੰਨੀ ਦੂਰ ਉੱਪਰ ਹੈ, ਸੂਰਜ ਵੱਲ ਕੋਈ ਗੰਦਗੀ ਮਾਰੇ, ਸਿੱਟੇ, ਕੁਛ ਕਰੇ, ਸੂਰਜ ਨੂੰ ਕਿਹੜਾ ਮੈਲ ਲੱਗਣੀ ਹੈ? ਪਰਮਾਤਮਾ ਵੀ ਨਿਰਮਲ। ਜੋ ਉਹਦੇ ਸੱਚ ਨਾਮ ਵਿੱਚ ਲੱਗਦਾ ਉਹ ਰਾਗ ਦਵੈਸ਼ ਰੂਪ ਮੈਲ ਤੋਂ ਰਹਿਤ ਹੋ ਜਾਂਦਾ, ਗਵਾ ਹੀ ਲੈਂਦਾ ਇਹਨਾਂ ਚੀਜ਼ਾਂ ਨੂੰ। ਭਗਤ ਕਬੀਰ ਜੀ ਨੇ ਜਿਸ ਵਕਤ ਸਾਰੇ ਸਾਧੂ ਸੰਤ ਚੱਲੇ ਸੀ ਇਕੱਠਾ ਟੋਲਾ ਹੋ ਕੇ, ਕਹਿੰਦੇ ਭਗਤ ਜੀ ਅਸੀਂ ਠਾੜ ਤੀਰਥਾਂ ਤੇ ਨਹਾਉਣ ਚੱਲੇ ਆਂ। ਭਗਤ ਜੀ ਕਹਿਣ ਲੱਗੇ, ਫੇਰ ਕਹਿੰਦੇ ਜੀ ਤੁਸੀਂ ਨਾਲ ਚੱਲ ਰਹਿੰਦੇ ਬਹੁਤ ਚੰਗਾ ਹੁੰਦਾ। ਹੁਣ ਕਬੀਰ ਜੀ ਦੇ ਤਾਂ ਹਿਰਦੇ 'ਚ ਨਾਮ ਦਾ ਵਾਸਾ, ਦੋਹਾਂ ਤੇ ਗਿਆਨੀ ਸਿਆਣਾ। ਉਹ ਗਿਆਨੀ ਬ੍ਰਹਮ ਗਿਆਨੀ ਦੀ ਗੱਲ ਕਰਦੇ, ਤਾਂ ਹੀ ਉਹ ਕਿਹਾ ਦੋਹਾਂ ਤੇ ਗਿਆਨੀ ਸਿਆਣਾ।
ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਸੀ। ਉਸ ਵਕਤ ਕਹਿਣ ਲੱਗੇ ਮੈਂ ਤਾਂ ਨਹੀਂ ਜਾ ਸਕਦਾ, ਆਹ ਮੇਰੇ ਕੋਲ ਕੌੜ ਤੁੰਬੀ ਹੈ ਕਿ ਇਹ ਲੈ ਜਾਓ। ਕਹਿੰਦੇ ਇਹ ਕੀ ਕਰਨੀ ਹੈ? ਕਹਿੰਦੇ ਇਹ ਨਵਾ ਲਿਆ 68 ਤੀਰਥਾਂ ਤੇ, ਦੱਸ ਮੈਂ ਤੁਹਾਨੂੰ ਕਹਿ ਤਾ। ਕਹਿੰਦੇ ਚਲੋ ਜੀ 7 ਵਚਨ। ਉਹ 68 ਤੀਰਥਾਂ ਤੇ ਕੌੜ ਤੁੰਬੀ ਲੈ ਕੇ ਨਵਾਉਣ ਵਾਸਤੇ ਮੁੜ ਕੇ ਆ ਗਏ। ਕਹਿੰਦੇ ਮਹਾਰਾਜ ਜੀ ਆ ਤੁਹਾਡੀ ਕੌੜ ਤੁੰਬੀਆ ਲੈ ਲਓ। ਕਹਿੰਦੇ ਗੋਤੇ ਲਵਾਏ, ਬੜੇ ਨਾਲ ਨਹਾਉਂਦੇ ਸੀ, ਇਹਨੂੰ ਵੀ ਗੋਤੇ ਲਵਾ ਦਿੰਦੇ ਸੀ। ਕਬੀਰ ਜੀ ਕਹਿਣ ਲੱਗੇ ਲੋਈ ਆਹ ਕੌੜ ਤੁੰਬੀ ਤੋੜ ਜਰਾ, ਪਾ ਕੇ ਪਿਆਜ਼ ਪੂਜ ਚਟਣੀ ਬਣਾ ਵਧੀਆ, ਇਹਦੀ ਸੰਤਾਂ ਨੂੰ ਖਵਾਈਏ ਰੋਟੀ। ਲੰਗਰ ਵਰਤਾਇਆ। ਜਦੋਂ ਸਾਰੇ ਸਾਧੂਆਂ ਦੀਆਂ ਪੰਗਤਾਂ ਲਵਾ ਕੇ ਦਾਲ ਫੁਲਕਾ ਹੀ ਸੀ ਉੱਥੇ, ਜਾਂ ਛਕਾ ਕੇ ਨਾਲ ਅੱਧੀ ਅੱਧੀ ਰੋਟੀ ਖਾ ਕੇ ਉਹ ਕਹਿੰਦੇ ਵੀ ਚਟਨੀ ਵਰਤਾ ਦਿਓ ਇਹਨਾਂ ਨੂੰ। ਹੁਣ ਜਦ ਇੱਕ ਇੱਕ ਚਮਚਾ ਚਟਨੀ ਦਾ ਪਾਇਆ, ਜਿਹੜਾ ਥੁੱਕ ਉਹ ਮੂੰਹ ਨੂੰ ਲਾਵੇ, ਥੂ ਥੂ ਕਰੇ, ਓਹੋ ਇੰਨੀ ਕੌੜੀ, ਆਹ ਕੀ ਚੀਜ਼ ਦੇਤੀ ਕਬੀਰ ਜੀ, ਆਹ ਕੀ ਬਣਦਾ ਤੁਸੀਂ? ਕਹਿੰਦੇ ਕਮਾਲ ਦੀ ਗੱਲ ਹੈ, 68 ਤੀਰਥਾਂ ਦੇ ਉੱਤੇ ਨਹਾ ਕੇ ਆਈ ਹੈ ਇਹ ਲੌਕੀ, 68 ਤੀਰਥ ਨਹਾਈ ਕੌਰਾ ਪੰਤ ਆਊ ਨਾ ਜਾਈ। ਕਹਿੰਦੇ 68 ਤੀਰਥਾਂ ਤੇ ਨਹਾ ਕੇ ਆਈ ਹੈ ਇਹ ਕੌੜ ਤੁੰਬੀ, ਹਲੇ ਤਾਂ ਮਿੱਠੀ ਨਹੀਂ ਹੋਈ। ਕਹਿੰਦੇ ਨਾ ਜੀ। ਕਹਿੰਦੇ ਫਿਰ ਤੁਸੀਂ ਆਪਣਾ ਹਾਲ ਦੱਸੋ, ਤਾਂ ਤੁਹਾਡਾ ਵੀ ਇਹੀ ਹਾਲ ਹੈ। ਕਹਿੰਦੇ 68 ਤੀਰਥਾਂ ਨਹਾ ਆਏ ਹੋ ਪਰ ਤੁਹਾਡੇ ਸੁਭਾਵਾਂ 'ਚ ਕੋਈ ਫਰਕ ਨਹੀਂ, ਉਲਟਾ ਤੁਹਾਡੇ ਹਉਮੈ ਦੀ ਮੈਲ ਲੱਗੀ। ਮੈਂ ਜੀ ਨਹਾ ਕੇ ਆਇਆ, ਮੇਰੇ ਵਰਗਾ ਦੁਨੀਆ 'ਚ ਹੋਰ ਕੋਈ ਨਹੀਂ। ਉਹ ਕਹਿੰਦੇ ਪਰਮਾਤਮਾ ਨੇ ਮੈਨੂੰ ਤਾਂ ਇੱਥੇ ਹੀ ਸ਼ੁੱਧ ਕਰਤਾ, ਰਾਮ ਦੇ ਨਾਮ ਜਪਣ ਨਾਲ ਮੈਂ ਤਾਂ ਸ਼ੁੱਧ ਹੋ ਗਿਆ। ਕਹੋ ਕਬੀਰ ਅੱਖਰ ਦੋਇ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਇਸੇ ਕਰਕੇ ਸਤਿਗੁਰੂ ਕਹਿੰਦੇ ਗੁਰੂ ਤੋਂ ਬਿਨਾਂ ਸੰਸਾਰ ਗਿਆਨਤਾ ਜੀ। ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਸੱਚੇ ਗੁਰਾਂ ਤੋਂ ਬਿਨਾਂ ਅੰਧ ਗੁਬਾਰਾ ਘੋਰ, ਕਹਿੰਦੇ ਨੇ ਬਹੁਤ ਜ਼ਿਆਦਾ, ਜਿਵੇਂ ਹਨੇਰਾ ਘੁੱਪ ਗਾੜਾ ਹਨੇਰਾ ਬਣਿਆ ਰਹਿੰਦਾ ਮਨ ਦੇ ਅੰਦਰ। ਅੰਨੇ ਅਗਿਆਨੀ ਨੂੰ ਮਨਮੂਰਖਤਾ ਕਰਕੇ, ਮਨਮੁਖਤਾ ਕਰਕੇ ਉਹ ਅੰਦਰ ਹਨੇਰਾ ਹੀ ਇੰਨਾ ਕਿ ਅੰਧਕਾਰ 'ਚ ਹੀ ਰਹਿੰਦਾ ਹਮੇਸ਼ਾ, ਕਿਉਂਕਿ ਮਨਮੁਖਤਾ ਰੂਪ ਹਨੇਰਾ ਹੀ ਰਹਿੰਦਾ ਅੰਦਰ, ਇਸ ਕਰਕੇ ਅੰਧਕਾਰ 'ਚ ਰਹਿੰਦਾ। ਜੇ ਸੋਝੀ ਦੇਣ ਦਾ ਯਤਨ ਕਰੀਏ ਸੋਝੀ ਨਹੀਂ ਲੈਂਦਾ। ਮਹਾਰਾਜ ਇਹਨਾਂ ਲੋਕਾਂ ਦਾ ਕੀ ਹਿਸਾਬ ਕਿਤਾਬ ਹੈ? ਇਹਨਾਂ ਜੇ ਸਿੱਖਿਆ ਦਿੰਦੇ ਉਲਟਾ ਗਲ ਨੂੰ ਪੈਂਦੇ ਨੇ। ਜੇ ਅਸੀਂ ਚੰਗੀ ਗੱਲ ਦੱਸਦੇ ਆ ਇਹ ਕਹਿੰਦੇ ਤੂੰ ਗਲਤ ਹੈ। ਇਹਨਾਂ ਨੂੰ ਕੀ ਕਰੀਏ? ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ ਦਾ ਕਸੂਰ ਨਹੀਂ ਭਾਈ। ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵ ਹੈ, ਫਿਰ ਬਿਸ਼ਟਾ ਮਾਹੇ ਪਚਾ ਬਣਿਆ। ਕਹਿੰਦੇ ਪਹਿਲਾਂ ਵੀ ਮਾਤਾ ਦੇ ਉਦਰ ਵਿੱਚ ਗੰਦਗੀ ਦੇ ਕੀੜੇ ਬਣੇ ਹੋਏ ਸੀ, ਹੁਣ ਵੀ ਵਿਕਾਰਾਂ ਰੂਪ ਗੰਦਗੀ ਦੇ ਕੀੜੇ ਹੀ ਵਿਕਾਰ ਭੋਗੀ ਜਾਂਦੇ ਨੇ। ਇਹ ਅੰਤ ਨੂੰ ਮਰ ਕੇ ਵੀ ਕੁੰਭੀ ਨਰਕ ਰੂਪੀ ਗੰਦਗੀ ਦੇ ਵਿੱਚ ਪੈ ਕੇ ਫਿਰ ਪਚਾਵਣਿਆਂ ਖਰਾਬ ਹੀ ਹੋਣੇ ਨੇ। ਪ੍ਰਤੱਖ ਵੀ ਇਹ ਗੰਦਗੀ ਦੇ ਕੀੜੇ ਬਣਾਏ ਜਾਂਦੇ ਨੇ, ਪੇਟ ਵਿੱਚ ਕੀੜੇ ਪੈ ਜਾਂਦੇ, ਜਿਵੇਂ ਉਹੀ ਕੀੜੇ ਨੇ ਇਹ। ਇਹਨਾਂ ਨੂੰ ਗੰਦਗੀ ਚੰਗੀ ਲੱਗਦੀ, ਇਹਨੂੰ ਖਿੱਚ ਖਿੱਚ ਕੇ ਲਿਆਉਂਦੇ ਆ, ਇੱਧਰ ਨੂੰ ਆ ਜਾਓ ਨਾ, ਪਰੇ ਨੂੰ ਭੱਜਣਗੇ, ਅਸੀਂ ਨਹੀਂ ਆਉਣਾ ਇੱਧਰ ਨੂੰ। ਫਿਰ ਗੁਰਮੁਖ ਨੂੰ ਕੀ ਹੁਕਮ ਹੈ? ਕਹਿੰਦੇ 3 ਵਾਰੀ ਕਹੋ, ਚੌਥੀ ਵਾਰ ਕਹਿਣ ਦੀ ਲੋੜ ਹੀ ਨਹੀਂ, ਜਿੱਧਰ ਜਾਂਦਾ ਜਾਵੇ। ਮੁਕਤੇ ਸੇਵੇ ਮੁਕਤਾ ਹੋਵੈ, ਹਉਮੈ ਮਮਤਾ ਸਭ ਦੇ ਖੋਵੈ। ਜੋ ਮੁਕਤ ਰੂਪ ਗੁਰੂ ਸਾਹਿਬ ਨੂੰ ਸੇਵਦਾ ਹੈ ਨਾ, ਉਹਨਾਂ ਦੀ ਸੇਵਾ ਕਰਦਾ, ਉਹ ਮੁਕਤ ਰੂਪ ਹੋ ਜਾਂਦਾ। ਗੁਰ ਸ਼ਬਦ ਦੁਆਰਾ ਹੰਗਤਾ ਮਮਤਾ ਨੂੰ ਖੋਵੈ ਤੋਂ ਭਾਵ ਦੂਰ ਕਰੇ। ਅਨ ਦਿਨ ਹਰ ਜੀਉ ਸੱਚਾ ਸੇਵੀ, ਪੂਰਾ ਭਾਗ ਗੁਰ ਪਾਵਣਿਆ। ਪੂਰਿਆਂ ਭਾਗਾਂ ਦੁਆਰਾ ਗੁਰੂ ਨੂੰ ਪਾ ਕੇ ਰਾਤ ਦਿਨ ਸੱਚੇ ਵਾਹਿਗੁਰੂ ਦੀ ਸੇਵਾ ਕਰੇ। ਬਸ ਸੇਵਨਾ ਕਰੇ, ਗੁਰਾਂ ਦੀ ਸੇਵਾ ਕਰੇ। ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ। ਜਿਹਨੂੰ ਆਪ ਵਾਹਿਗੁਰੂ ਬਖਸ਼ਦਾ ਨਾ, ਉਹਨੂੰ ਗੁਰਾਂ ਦੇ ਮੇਲ ਨਾਲ ਮਿਲਾ ਲੈਂਦਾ, ਫਿਰ ਉਹ ਪੂਰੇ ਗੁਰਾਂ ਕੋਲੋਂ ਨਾਮ ਰੂਪੀ ਨਿਧੀ ਪ੍ਰਾਪਤ ਕਰ ਲੈਂਦਾ। ਪੱਕਾ ਕਰਦੇ ਸੱਚੇ ਪਾਤਸ਼ਾਹ ਰੋ, ਗੁਰੂ ਗ੍ਰੰਥ ਸਾਹਿਬ ਨੂੰ ਨਾ ਛੱਡੋ। ਮਹਾਰਾਜ ਦੇ ਕੋਲ ਬੈਠੋ, ਕੀਰਤਨ ਸੁਣ ਲਓ, ਕਥਾ ਸੁਣ ਲਓ, ਉਹ ਨਾ ਛੱਡ ਕੇ ਭੱਜੋ ਮਹਾਰਾਜ ਨੂੰ। ਕੋਲ ਬੈਠੋ, ਮਹਾਰਾਜ ਪ੍ਰਕਾਸ਼ ਦੇਣਗੇ, ਨਾਮਦਾਨ ਦੇਣਗੇ। ਪਤਾ ਨਹੀਂ ਇਹਦੇ ਤੇ ਜੂ ਨਹੀਂ ਸਰਕਦੀ ਕੰਨ ਤੇ, ਮਹਾਰਾਜ ਦੌੜ ਹੀ ਲੈਂਦਾ ਤੁਹਾਨੂੰ ਦੇਖ ਕੇ। ਜੇ ਗੁਰੂ ਗ੍ਰੰਥ ਸਾਹਿਬ ਦਿਖ ਜਾਣ, ਕਹਿੰਦਾ ਇੱਥੇ ਨਹੀਂ, ਉਹ ਪਰੇ ਹੋ ਕੇ ਬੈਠੂ, ਪਰੇ ਜਿੰਨਾ ਮਰਜ਼ੀ ਗੱਲਾਂ ਕਰਾ ਲਓ, ਮਹਾਰਾਜ ਕੋਲ ਨਹੀਂ ਬਹਿਣਾ ਮੈਂ। ਮਹਾਰਾਜ ਕਹਿੰਦੇ ਇਹਦੇ ਭਾਗਾਂ 'ਚ ਨਹੀਂ ਲਿਖਿਆ ਹੋਇਆ, ਇਸੇ ਕਰਕੇ ਬਹਿੰਦਾ ਨਹੀਂ ਇੱਥੇ। ਸੱਚਾ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ। ਸੱਚੇ ਨਾਮ ਵਿੱਚ ਲੱਗ ਕੇ, ਸੱਚੇ ਨਾਮੀ ਨੂੰ ਪਾ ਕੇ ਮਨ ਸਦਾ ਹੀ ਸੱਚਾ ਰਹਿੰਦਾ ਕਹਿੰਦੇ ਬੰਦੇ ਦਾ, ਅਤੇ ਸੱਚ ਨੂੰ ਸੇਵ ਕੇ ਉਹ ਦੁੱਖਾਂ ਨੂੰ ਗਵਾ ਲੈਂਦਾ ਹੈ, ਗਵਾ ਹੀ ਦਿੰਦਾ ਦੁੱਖਾਂ ਨੂੰ ਮਨ ਦੇ ਅੰਦਰੋਂ। ਸੱਚ ਦੀ ਸੇਵਾ ਸਾਰੇ ਦੁੱਖਾਂ ਨੂੰ ਗਵਾ ਹੀ ਦਿੰਦੀ ਹੈ। ਸਦਾ ਹਜੂਰ ਦੂਰ ਨਾ ਜਾਣਹੁ, ਗੁਰ ਸ਼ਬਦੀ ਹਰ ਅੰਤਰ ਪਛਾਣਹੁ।
ਕਹਿੰਦੇ ਵਾਹਿਗੁਰੂ ਨੂੰ ਸਦਾ ਹਾਜ਼ਰਾ ਹਜ਼ੂਰ ਜਾਣੋ, ਦੂਰ ਨਾ ਜਾਣੋ। ਉਹ ਪ੍ਰਕਾਸ਼ ਰੂਪ ਹੋ ਕੇ ਸਰਬ ਵਿਆਪਕ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਅੰਦਰ ਹੀ ਪਛਾਣੋ। ਕਹਿੰਦੇ ਬਾਹਰ ਵੀ ਨਹੀਂ, ਅੰਦਰ ਹੀ ਹੈ ਤੇਰੇ। ਤਾਈਂ ਤਾਂ ਤੂੰ ਬੋਲਦਾ, ਸੁਣਦਾ, ਖਾਂਦਾ, ਪੀਂਦਾ, ਪਹਿਰਦਾ, ਬੈਠਦਾ, ਹੱਥ ਪੈਰ ਹਿਲਦੇ ਨੇ। ਇਹ ਉਹਦੀ ਜੋਤ ਕਰਕੇ ਹੀ ਹੈ ਸਾਰਾ ਕੁਝ। ਜਾਂ ਜੋਤ ਕੱਢ ਲਈ, ਡਾਕਟਰ ਵੀ ਕਹਿੰਦੇ ਬਾਬਾ ਹੁਣ ਜਾ, ਇਹ ਪਿੱਛੋਂ ਹੀ ਜੋਤ ਮੁੱਕ ਗਈ, ਹੁਣ ਨਹੀਂ ਅੱਖਾਂ ਤੇਰੀਆਂ ਦਿਖਣੀਆਂ, ਇਹਨਾਂ ਰਾਹੀਂ ਦਿਖਣਾ ਨਹੀਂ। ਸੋ ਕੋਈ ਬਜ਼ੁਰਗ ਸੀ, ਉਹਨੂੰ ਡਾਕਟਰ ਕਹਿੰਦੇ ਹੁਣ ਤੇਰੀ ਜੋਤ ਮੁੱਕ ਗਈ ਅੱਖਾਂ ਦੀ, ਹੁਣ ਨਹੀਂ ਦਿਖਣਾ। ਕਹਿੰਦੇ ਅੱਛਾ ਜੋਤ ਮੁੱਕ ਗਈ। ਉਹਨੇ ਸਿਮਰਨ ਸ਼ੁਰੂ ਕਰ ਦਿੱਤਾ। ਉਹ ਸਿਮਰਨ ਕਰਦਿਆਂ ਕਰਦਿਆਂ ਫਿਰ ਦੇਖਣ ਲੱਗ ਗਿਆ। ਕਹਿੰਦੇ ਹੁਣ ਤਾਂ ਮੇਰੀ ਨਿਗਾਹ ਆ ਗਈ। ਇਹ ਤਾਂ ਕਹਿੰਦੇ ਵਾਹਿਗੁਰੂ ਨੇ ਦਿੱਤੀ ਤੈਨੂੰ। ਵਾਹਿਗੁਰੂ ਆਪਣੇ ਨਾਮ ਦੇ ਨਾਲ ਹੀ ਨਿਗਾਹ ਦੇ ਦਿੰਦੇ ਨੇ ਗੁਰਸਿੱਖ ਨੂੰ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਹਾਰਾਜ ਕਥਨ ਕਰਦੇ ਨਾਮੀ ਦੇ ਨਾਮ ਜਪਣ ਵਾਲੇ ਨੂੰ ਵਡਿਆਈ ਮਿਲਦੀ, ਪ੍ਰਸ਼ੰਸਾ ਮਿਲਦੀ ਹੈ, ਸਿਰੋਂ ਪਾਉ ਮਿਲਦਾ ਸੱਚਖੰਡ ਦਾ। ਪਰ ਨਾਮ ਪੂਰਿਆਂ ਗੁਰਾਂ ਕੋਲੋਂ ਹੀ ਪ੍ਰਾਪਤ ਹੁੰਦਾ। ਬਾਰ-ਬਾਰ ਸੱਚੇ ਪਾਤਸ਼ਾਹ ਹਰ ਚੌਥੀ ਪੰਕਤੀ 'ਚ ਕਹਿੰਦੇ ਭਾਗਾਂ ਨਾਲ ਗੁਰੂ ਮਿਲਦਾ ਤਾਂ ਨਾਮਦਾਨ ਮਿਲਦਾ। ਭਾਗਾਂ ਵਾਲਿਆਂ ਨੂੰ ਨਾਮ ਮਿਲਦਾ। ਉਹ ਭਾਗਾਂ ਵਾਲੇ ਬਣ ਜਾਓ, ਬੜਭਾਗੀ ਬਣ ਜਾਓ, ਸਮਝ ਜਾਓ ਜੋ ਸਤਿਗੁਰੂ ਕਹਿੰਦੇ ਨੇ, ਸਮਝ ਜਾਓ ਇਸ ਗੱਲ ਨੂੰ। ਜਿਹੜਾ ਸਮਝ ਗਿਆ ਉਹ ਕਲਯੁਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਸਭ ਕੁਝ ਪ੍ਰਾਪਤ ਕਰ ਲਿਆ, ਤਰ ਗਿਆ ਉਹ। ਜਿਹੜਾ ਨਾ ਸਮਝਿਆ ਉਹ ਇੱਧਰ ਉੱਧਰ ਭਟਕ ਕੇ ਮੁੜ ਕੇ ਕੁੰਭੀ ਨਰਕਾਂ ਦਾ ਕੀੜਾ ਬਣ ਕੇ ਘੁੰਮਦਾ, ਜਨਮਾਂ ਜਨਮਾਂ ਦੇ ਗੇੜੇ ਖਾ ਜਾਂਦਾ ਹੈ। ਸਤਿਗੁਰੂ ਆਪਣੇ ਵੱਲੋਂ ਪੂਰਾ ਜ਼ੋਰ ਲਾ ਕੇ ਸਮਝਾਉਂਦੇ ਨੇ ਵੀ ਮੈਂ ਸੱਚ ਕਹਿਣਾ, ਮੈਂ ਸੱਚ ਕਹਿਣਾ, ਮੇਰੇ ਤੇ ਯਕੀਨ ਕਰੋ। ਜੇ ਸਤਿਗੁਰੂ ਤੇ ਯਕੀਨ ਭਰੋਸਾ ਕਰੀਏ ਤਾਂ ਮਹਾਰਾਜ ਦੇ ਉਪਦੇਸ਼ ਨੂੰ ਕਮਾਈਏ ਤਾਂ ਸਤਿਗੁਰੂ ਕਹਿੰਦੇ ਸਭ ਕੁਝ ਘਰ ਮਹਿ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਸਾਰਾ ਕੁਝ ਆਪਣੇ ਕੋਲ ਹੀ ਹੈ, ਐਵੇਂ ਬਾਹਰ ਨਾ ਭੱਜੇ ਫਿਰੋ। ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਹੀ ਸਾਰਾ ਕੁਝ ਹੈ। ਮੰਨ ਜਾਓ ਇਹ ਗੱਲ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਘਰਾਂ ਦੇ ਅੰਦਰ ਪ੍ਰਕਾਸ਼ ਕੀਤੇ ਨੇ, ਉਹ ਸੁਖਾਸਣ ਵਾਲਾ ਕਮਰਾ ਜ਼ਰੂਰ ਬਣਾ ਲਓ, ਅੰਦਰ ਸੁਖਾਸਣ ਵਾਲਾ ਪਲੰਘ ਜ਼ਰੂਰ ਬਣਾ ਲਓ। ਨਹੀਂ ਤਾਂ ਪੀੜੇ ਤੇ ਜੇ ਤੁਸੀਂ ਸੁਖਾਸਣ ਕਰਦੇ ਰਹੇ, ਇਹਦੀ ਵੀ ਤਕਲੀਫ ਹੋ ਜਾਂਦੀ ਹੈ। ਪੀੜੇ ਤੇ ਸੁਖਾਸਣ ਨਹੀਂ ਕਰੀਦਾ, ਨਾਲ ਸੁਖਾਸਣ ਵਾਲਾ ਪਲੰਘ ਹੋਣਾ ਚਾਹੀਦਾ ਵਧੀਆ। ਉਹਦੇ ਉੱਤੇ ਫਿਰ ਸੁਖਾਸਣ ਰਾਤ ਨੂੰ ਹੋਵੇ ਮਹਾਰਾਜ ਦਾ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰੇ ਤਾਂ ਸਤਿਗੁਰੂ ਜੀ ਸਾਰਾ ਕੁਝ ਹੀ ਬਖਸ਼ਿਸ਼ ਕਰ ਦਿੰਦੇ ਨੇ, ਉਹਨੂੰ ਸਾਰੀਆਂ ਝੋਲੀਆਂ ਭਰ ਦਿੰਦੇ ਨੇ, ਆਪ ਦਰਸ਼ਨ ਦਿੰਦੇ ਨੇ। ਫਿਰ ਉਹਨੂੰ ਆਪ ਪ੍ਰਸੰਨ ਹੋ ਕੇ ਖੁਸ਼ ਹੋ ਕੇ ਕਹਿੰਦੇ ਵਾਹ ਬਈ ਵਾਹ, ਇਹ ਗੁਰਸਿੱਖ ਨੇ ਮੇਰੀ ਸੇਵਾ ਕੀਤੀ। ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਸਾਹਿਬ ਦੀ, ਟਾਈਮ ਸਿਰ ਭੋਜਨ ਛਕਾਇਆ, ਟਾਈਮ ਸਿਰ ਉਹਨਾਂ ਨੇ ਰੁਮਾਲੇ ਬਦਲੇ ਨੇ, ਟਾਈਮ ਸਿਰ ਪ੍ਰਕਾਸ਼ ਕਰਕੇ ਸੁਖਾਸਣ ਨਿਤਨੇਮ ਕੋਲ ਬਹਿ ਕੇ ਕੀਤਾ, ਸਾਰੇ ਪਰਿਵਾਰ ਨੇ ਸਤਿਕਾਰ ਕੀਤਾ, ਉਹਨਾਂ ਨੂੰ ਸਤਿਗੁਰੂ ਸਾਰੇ ਟੱਬਰ ਨੂੰ ਹੀ ਸੱਚਖੰਡ ਥਾਂ ਦੇ ਦਿੰਦੇ। ਕਹਿੰਦੇ ਆ ਜਾਓ ਵੀ ਗੁਰਮੁਖੋ, ਤੁਸੀਂ ਸਾਡੀ ਬਹੁਤ ਸੇਵਾ ਕੀਤੀ, ਸਾਨੂੰ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕੀਤੀ ਹੈ। ਕਿਉਂ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕੀਤੀ ਹੈ, ਉਹਨਾਂ ਨੂੰ ਸਤਿਗੁਰੂ ਜੀ ਸਾਰਿਆਂ ਤੋਂ ਉੱਚਾ ਅਹੁਦਾ ਦਿੰਦੇ ਨੇ, ਵੱਡੀ ਵਡਿਆਈ ਬਖਸ਼ਿਸ਼ ਕਰਦੇ ਨੇ। ਕਿਉਂ ਸਤਿਗੁਰੂ ਨੇ ਬਖਸ਼ਿਸ਼ ਕੀਤੀ ਆਪਣੇ ਤੇ ਵੀ 2 ਸ਼ਬਦਾਂ ਨਾਲ ਹੀ 116 ਅੰਗ ਤੇ 112 ਸ਼ਬਦ ਤੱਕ ਪਹੁੰਚੇ। ਵਾਹਿਗੁਰੂ 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 ਵਾਹਿਗੁਰੂ